ਪੰਜਾਬ ਦੇ ਵਿੱਚ ਅਕਸਰ ਜਿੱਥੇ ਆਪਾਂ ਬੈਠੇ ਹਾਂ, ਇਸ ਧਰਤੀ ਦੇ ਉੱਤੇ ਪੰਜਾਬ ਦੀਆਂ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ। ਤੁਸੀਂ ਉਹਦੀ ਐਗਜ਼ਾਮਪਲ ਹੋ, ਕਿਸ ਤਰ੍ਹਾਂ ਦੀ? ਸਾਰੇ ਪੇਰੈਂਟਸ ਹੈਗੇ ਜੋ ਵੱਧ ਚੜ੍ਹ ਕੇ ਆਪਣੀ ਬੱਚੀਆਂ ਦੀ ਸਪੋਰਟ ਕਰਦੇ ਹੈ ਔਰ ਕਰਨੀ ਚਾਹੀਦੀ ਵੀ ਹੈ, ਕਿਉਂਕਿ ਮੈਂ ਸਮਝਦੀ ਹਾਂ ਕਿ ਜੋ ਲੜਕੀਆਂ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਜਜ਼ਬਾ ਹੁੰਦਾ ਹੈ, ਕਿਉਂਕਿ ਜਨਰਲੀ ਆਪਣੇ ਸਮਾਜ ਵਿੱਚ ਉਹਨਾਂ ਨੂੰ ਬੰਦਿਸ਼ਾਂ ਵਿੱਚ ਰੱਖਿਆ ਜਾਂਦਾ ਹੈ। ਜਦੋਂ ਸਟਾਰਟਿੰਗ ਕੀਤੀ ਹੈ ਸਪੋਰਟਸ, ਉਹਦੇ ਵਿੱਚ ਪਰਿਵਾਰਕ ਫੈਮਿਲੀ ਦੀ ਜੇ ਮੈਂ ਗੱਲ ਕਰਾਂ, ਫੁੱਲ ਸਪੋਰਟ ਸੀ ਕਿ ਕਿਤੇ ਨਾ ਕਿਤੇ ਪੇਰੈਂਟਸ ਕਹਿੰਦੇ ਸੀ ਵੀ ਤੁਸੀਂ ਸਟੱਡੀ ਕਰੋ, ਸਟੱਡੀ ਕਰ ਲਈ ਜ਼ੋਰ ਦਿਓ? ਜਨਰਲੀ ਜੋ ਬਹੁਤ ਅੱਛੇ ਸਟੂਡੈਂਟਸ ਹੁੰਦੇ ਉਹ ਹਮੇਸ਼ਾ ਹੀ ਹੁੰਦਾ ਕਿ ਸਪੋਰਟਸ ਨਾ ਕਰਨ, ਪਰ ਮੇਰੇ ਪੇਰੈਂਟਸ ਨੇ ਕਦੇ ਪਰਵਾਹ ਨਹੀਂ ਕੀਤੀ। ਜਦੋਂ ਮੈਂ ਉਹਨਾਂ ਨੂੰ ਸਮਝਿਆ, ਦੇਖਿਆ ਕਿ ਮੈਂ ਸਪੋਰਟਸ ਕਰਨਾ ਚਾਹੁੰਦੀ ਹਾਂ, ਤਾਂ ਉਹਦੇ ਵਿੱਚ ਵੀ ਮੇਰੀ ਉਹਨਾਂ ਨੇ ਫੁੱਲ ਸਪੋਰਟ ਕੀਤੀ। ਤੁਸੀਂ ਸਪੋਰਟਸ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਸੀ ਕਿ ਡਾਕਟਰ ਬਣਨਾ ਚਾਹੁੰਦੇ ਸੀ? ਕਿਸ ਤਰ੍ਹਾਂ ਸੀ ਉਹ? ਮੈਂ ਬਚਪਨ ਤੋਂ ਬਹੁਤ ਹੀ ਸਟੂਡੀਅਸ ਸੀਗੀ ਔਰ ਜਨਰਲੀ ਮੈਂ ਸਿਵਲ ਸਰਵਿਸਿਜ਼ ਵਿੱਚ ਜਾਣਾ ਚਾਹੁੰਦੀ ਸੀਗੀ। ਮੈਂ ਹਮੇਸ਼ਾ ਆਪਣੇ ਟੋਪਰਸ ਦੀ ਜੋ ਮੈਗਜ਼ੀਨਸ ਆਉਂਦੇ ਸੀ ਉਹਨਾਂ ਦੇ ਇੰਟਰਵਿਊ ਪੜ੍ਹਦੀ ਰਹਿੰਦੀ ਸੀ ਔਰ ਇਹ ਹੁਣ ਸੋਚਦੀ ਹੁੰਦੀ ਸੀ ਕਿ ਮੈਂ ਵੀ ਕਿਸੇ ਦਿਨ ਸਿਵਲ ਸਰਵਿਸਿਜ਼ ਐਗਜ਼ਾਮ ਟੌਪ ਕਰਕੇ ਮੇਰੀ ਉਹ ਛੋਟੀ ਜਿਹੀ ਫੋਟੋ ਜਿਹੜੀ ਹੈ ਕਿਸੇ ਮੈਗਜ਼ੀਨ ਜਾਂ ਨਿਊਜ਼ਪੇਪਰ ਵਿੱਚ ਲੱਗੂਗੀ। ਸਪੋਰਟਸ ਦੇ ਵਿੱਚ ਹਾਰਾਂ ਬਹੁਤ ਹੁੰਦੀਆਂ ਨੇ। ਅਵਨੀਤ ਕੌਰ ਸਿੱਧੂ ਨੂੰ ਕਿੰਨੀ ਕੁ ਹਾਰਾਂ ਦਾ ਸਾਹਮਣਾ ਕਰਨਾ? ਹਾਰਾਂ ਜਿੱਤਾਂ ਨੂੰ, ਹਾਰ ਵਿੱਚ ਤੁਸੀਂ ਕਿਸ ਤਰ੍ਹਾਂ ਆਪਣਾ ਹੌਸਲਾ ਕਾਇਮ ਰੱਖਣਾ ਔਰ ਜਿੱਤ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੀ ਨਿਮਰਤਾ ਕਾਇਮ ਰੱਖਣੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਪੋਰਟਸ ਲਾਈਫ ਇੱਕ ਇਨਸਾਨ ਨੂੰ ਸਿਖਾਉਂਦੀ ਹੈ। ਸਪੋਰਟਸ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਵੀ ਤੁਹਾਨੂੰ ਜਿਹੜੀਆਂ ਕਈ ਵਾਰ ਕਾਫੀ ਚੀਜ਼ਾਂ ਲੋਸ ਮਿਲਦੀਆਂ ਨੇ, ਤੁਹਾਨੂੰ ਚੀਜ਼ਾਂ ਨਹੀਂ ਮਿਲਦੀਆਂ, ਤੁਹਾਨੂੰ ਗਰਾਊਂਡ ਨਹੀਂ ਮਿਲਦੇ ਤੁਹਾਨੂੰ, ਕਿਉਂਕਿ ਜੇ ਸ਼ੂਟਿੰਗ ਦੀ ਗੱਲ ਕੀਤੀ ਹੈ ਤੁਸੀਂ, ਗਨ ਵਗੈਰਾ ਉਹਦੇ ਪਰ ਕਿੱਥੋਂ ਪ੍ਰੋਵਾਈਡ ਕਰਦੇ ਸੀ? ਪਰ 1 ਸਾਲ ਦੇ ਅੰਦਰ ਅੰਦਰ ਜਦੋਂ ਮੇਰੇ ਪੇਰੈਂਟਸ ਨੇ ਦੇਖਿਆ ਕਿ ਮੈਂ ਬਹੁਤ ਅੱਛਾ ਪਰਫਾਰਮ ਕਰ ਰਹੀ ਹਾਂ, ਤਾਂ ਫਿਰ ਮੇਰੇ ਫਾਦਰ ਨੇ ਮੈਨੂੰ ਮੇਰੇ ਬਰਥਡੇ 'ਤੇ ਰਾਈਫਲ ਗਿਫਟ ਕੀਤੀ ਸੀਗੀ। ਸੋ ਇਹ ਕਿ ਓਰੀਜਨਲ ਜੋ ਹਾਂਜੀ ਸ਼ੂਟਿੰਗ ਦੀ ਰਾਈਫਲ ਜੋ ਹੁੰਦੀ ਹੈ। ਸੋ ਮਤਲਬ ਇਹ ਮੇਰਾ ਸਪੋਰਟ, ਮੇਰਾ ਇੰਨਾ ਸਪੋਰਟ ਉਹਨਾਂ ਨੇ ਕੀਤਾ ਕਿ ਮੇਰੇ ਬਰਥਡੇ 'ਤੇ ਮੈਨੂੰ ਕੋਈ ਹੋਰ ਚੀਜ਼ ਨਹੀਂ, ਮੈਨੂੰ ਇੱਕ ਰਾਈਫਲ ਗਿਫਟ ਕੀਤੀ ਮੇਰੇ ਫਾਦਰ ਨੇ। ਸੋ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਕਿ ਜਿਸ ਨੂੰ ਦੇਖ ਕੇ ਤੁਸੀਂ ਸ਼ੂਟਿੰਗ ਕਰਦੇ ਹੋ, ਫਿਰ ਉਸ ਦੇ ਬਰਾਬਰ ਖੜੇ ਹੋ ਕੇ ਤੁਸੀਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਔਰ ਬਹੁਤ ਅੱਛੀ ਗਾਈਡੈਂਸ ਵੀ ਮਿਲਦੀ ਰਹੀ ਉਹਨਾਂ ਤੋਂ। ਸੋ ਬਹੁਤ ਹੀ ਅੱਛਾ ਐਕਸਪੀਰੀਅੰਸ। ਜਦੋਂ ਮੈਨੂੰ ਓਪਰਚੁਨਿਟੀ ਮਿਲੀ ਸਪੋਰਟਸ ਵਿੱਚ ਕਿ ਮੈਂ ਸਪੋਰਟਸ ਕਰਕੇ ਇੱਧਰ ਆ ਸਕਦੀ ਹਾਂ, ਤਾਂ ਮੈਨੂੰ ਸ਼ੌਂਕ ਸੀਗਾ ਕਿ ਫਿਰ ਮੈਂ ਪੰਜਾਬ ਪੁਲਿਸ ਵਿੱਚ ਹੀ ਜਾਊਂਗੀ ਔਰ ਇਹਦੇ ਵਿੱਚ ਅੱਛੀ ਸੇਵਾ ਕਰੂੰਗੀ। ਮੈਂ ਪੁਲਿਸ ਵਿੱਚ ਵੀ ਹਮੇਸ਼ਾ ਸਾਡੀਆਂ ਜੋ ਲੜਕੀਆਂ ਉਹਨਾਂ ਨੂੰ ਕਹਿੰਦੇ ਆ ਕਿ ਜਦੋਂ ਤੁਸੀਂ ਪੁਲਿਸ ਯੂਨੀਫਾਰਮ ਪਾ ਲਈ ਹੈ ਤਾਂ ਤੁਸੀਂ ਇਹ ਭੁੱਲ ਜਾਓ ਕਿ ਮੈਂ ਇੱਕ ਲੜਕੀ ਹਾਂ ਔਰ ਮੈਂ ਕਮਜ਼ੋਰ ਹਾਂ ਜਾਂ ਮੈਂ ਕਿਸੇ ਪੱਖੋਂ ਘੱਟ ਹੈ। ਇੱਕ ਮਤਲਬ ਅੱਛੀ ਤਰ੍ਹਾਂ ਆਪਣੀ ਡਿਊਟੀ ਨਿਭਾਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਓਪੀਨੀਅਨ ਲੋਕ ਰਾਏ TV। ਮੈਂ ਹਾਂ ਪਰਮਿੰਦਰ ਸਿੰਘ। ਪੰਜਾਬ ਦੇ ਵਿੱਚ ਪੰਜਾਬ ਦੀਆਂ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ, ਪਰ ਬੇਸਿਕਲੀ ਇਹ ਨਹੀਂ ਹੁੰਦਾ। ਕਈ ਵਾਰ ਪੰਜਾਬ ਦੀਆਂ ਧੀਆਂ ਪੰਜਾਬ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਨੇ। ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਚਾਰ ਤਕਰਾਰ ਦੇ ਤਹਿਤ ਪੰਜਾਬ ਦੇ ਓਲੰਪਿਕ ਖਿਡਾਰਨ ਅਵਨੀਤ ਕੌਰ ਸਿੱਧੂ ਦੇ ਨਾਲ, ਜਿਨ੍ਹਾਂ ਨੇ ਦੇਸ਼ ਦਾ ਹੀ ਨਹੀਂ ਸਗੋਂ ਪੂਰੇ ਮੁਲਕ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ। ਹੁਣ ਪੰਜਾਬ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਬਤੌਰ SSP ਸੇਵਾਵਾਂ ਨਿਭਾ ਰਹੇ ਨੇ। ਸਾਡੇ ਨਾਲ ਮੈਮ ਅਵਨੀਤ ਕੌਰ ਸਿੱਧੂ ਨੇ। ਮੈਮ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਸਾਨੂੰ ਸਮਾਂ ਦੇਣ ਲਈ, ਕਿਉਂਕਿ ਇੰਨੀ ਬਿਜੀ ਸ਼ਡਿਊਲ ਦੇ ਵਿੱਚ ਸਾਨੂੰ ਤੁਸੀਂ ਸਮਾਂ ਦਿੱਤਾ। ਕਿਸ ਤਰ੍ਹਾਂ ਲੱਗਦਾ ਪਹਿਲਾਂ ਦੇਸ਼ ਦੀ ਸੇਵਾ ਕੀਤੀ ਸਪੋਰਟਸ ਦੇ ਵਿੱਚ ਅਤੇ ਹੁਣ ਬਤੌਰ SSP ਫਰੀਦਕੋਟ ਸੇਵਾ ਕਰ ਰਹੇ ਹੋ? ਜੀ ਬਹੁਤ ਅੱਛਾ ਲੱਗਦਾ ਹੈਗਾ, ਕਿਉਂਕਿ ਆਲਮੋਸਟ 22-23 ਸਾਲ ਹੋ ਗਏ ਜਦੋਂ ਮੈਂ ਸਪੋਰਟ ਸਟਾਰਟ ਕੀਤੀ ਸੀਗੀ ਔਰ ਦੇਸ਼ ਲਈ ਕੁਝ ਕਰਨਾ ਔਰ ਦੇਸ਼ ਦਾ ਨਾਮ ਉੱਚਾ ਕਰਨਾ, ਆਪਣੀ ਸੁਸਾਇਟੀ ਦਾ ਨਾਮ ਉੱਚਾ ਕਰਨਾ ਹਮੇਸ਼ਾ ਇੱਕ ਅੱਛੀ ਫੀਲਿੰਗ ਆਉਂਦੀ ਹੈ, ਬਹੁਤ ਤਸੱਲੀ ਮਿਲਦੀ ਹੈ, ਸੈਟਿਸਫੈਕਸ਼ਨ ਮਿਲਦੀ ਹੈ। ਸਪੋਰਟਸ ਨੂੰ ਜਦੋਂ ਰਿਪਰੈਜ਼ੈਂਟ ਕਰਦੇ ਸੀਗੇ ਤਾਂ ਉਦੋਂ ਇੱਕ ਡਿਫਰੈਂਟ ਐਕਸਪੀਰੀਅੰਸ ਸੀਗਾ ਔਰ ਹੁਣ ਤੁਸੀਂ ਲੋਕਾਂ ਵਿੱਚ, ਪਬਲਿਕ ਵਿੱਚ ਆ ਕੇ ਉਹਨਾਂ ਦੇ ਵਿੱਚ ਉਤਰ ਕੇ ਇਹ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਕਿ ਕੁਛ ਹੱਦ ਤੱਕ ਠੀਕ ਕੀਤਾ ਜਾ ਸਕੇ ਔਰ ਇਮਾਨਦਾਰੀ ਨਾਲ ਠੀਕ ਕੀਤਾ ਜਾ ਸਕੇ। ਇਹਦਾ ਇੱਕ ਡਿਫਰੈਂਟ ਤਜਰਬਾ ਹੈ। ਸੋ ਪਰ ਹਾਂਜੀ, ਸਪੋਰਟਸ ਤੋਂ ਔਨ ਕਰਕੇ ਐਕਸਪੋਜਰ ਬਹੁਤ ਹੈਗਾ ਪਹਿਲਾਂ ਹੀ ਔਰ ਜੁੜੇ ਹੋਏ ਹਾਂ ਲੋਕਾਂ ਨਾਲ, ਆਪਣੀ ਮਿੱਟੀ ਨਾਲ ਮੈਂ ਜੁੜੀ ਹੋਈ ਹਾਂ ਬਹੁਤ। ਸੋ ਅੱਛਾ ਐਕਸਪੀਰੀਅੰਸ ਔਰ ਕੋਸ਼ਿਸ਼ ਹੈ ਕਿ ਇਹਦੇ ਵਿੱਚ ਵੀ ਮਤਲਬ ਮੈਂ ਸਫਲਤਾਪੂਰਵਕ ਆਪਣੀ ਜੋ ਹੈ ਜਰਨੀ ਕੰਟੀਨਿਊ ਕਰਾਂ। ਬਿਲਕੁਲ ਮੈਮ, ਜਦੋਂ ਸਪੋਰਟਸ ਦੇ ਵਿੱਚ ਸੀ ਲਾਈਫ ਦੇ ਵਿੱਚ ਬੰਦਾ ਡਾਊਨ ਅਪ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਵੇਖਦੇ ਹੋ ਤੁਸੀਂ ਉਹਨਾਂ ਨੂੰ? ਕਿਉਂਕਿ ਪੰਜਾਬ ਦੇ ਵਿੱਚ ਅਕਸਰ ਜਿੱਥੇ ਆਪਾਂ ਬੈਠੇ ਹਾਂ, ਇਸ ਧਰਤੀ ਦੇ ਉੱਤੇ ਪੰਜਾਬ ਦੀਆਂ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ। ਤੁਸੀਂ ਉਹਦੀ ਐਗਜ਼ਾਮਪਲ ਹੋ, ਕਿਸ ਤਰ੍ਹਾਂ ਦੀ? ਹਾਂਜੀ, ਆਈ ਥਿੰਕ ਫਿਰ ਵੀ ਕਾफ़ੀ ਚੇਂਜ ਹੋ ਗਿਆ ਹੈਗਾ ਮੇਰੇ ਦੇਖਦੇ ਦੇਖਦੇ ਹੀ। ਪਿਛਲੇ 15-20 ਸਾਲਾਂ 'ਚ ਮੈਂ ਦੇਖਿਆ ਕਿ ਲੜਕੀਆਂ ਜੋ ਹੈ ਬਹੁਤ, ਉਹਨਾਂ ਦੇ ਪੇਰੈਂਟਸ ਬਹੁਤ ਪ੍ਰੋਗਰੈਸਿਵ ਹੋ ਗਏ ਹੁਣ। ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਇੱਕ ਐਸੀ ਫੈਮਿਲੀ ਵਿੱਚ ਜਨਮ ਲਿਆ ਜਿੱਥੇ ਮੈਨੂੰ ਕਦੇ ਵੀ ਇਹ ਨਹੀਂ ਮਹਿਸੂਸ ਹੋਇਆ ਕਿ ਮੈਂ ਲੜਕੀ ਹਾਂ ਜਾਂ ਮੈਨੂੰ ਕੁਛ ਘੱਟ ਮਿਲ ਰਿਹਾ ਹੈਗਾ, ਬਲਕਿ
ज़्यादा ही ਮੈਨੂੰ ਮੇਰੀ ਹਰ ਚੀਜ਼ ਵਿੱਚ ਸਪੋਰਟ ਕੀਤੀ ਗਈ ਹੈ। ਸੋ ਅੱਛੀ ਚੀਜ਼ ਹੈਗੀ ਹੈ। ਬਹੁਤ ਸਾਰੇ ਪੇਰੈਂਟਸ ਹੈਗੇ ਜੋ ਵੱਧ ਚੜ੍ਹ ਕੇ ਆਪਣੀ ਬੱਚੀਆਂ ਦੇ ਸਪੋਰਟ ਕਰਦੇ ਹੈ ਔਰ ਕਰਨੀ ਚਾਹੀਦੀ ਵੀ ਹੈ, ਕਿਉਂਕਿ ਮੈਂ ਸਮਝਦੀ ਹਾਂ ਕਿ ਜੋ ਲੜਕੀਆਂ ਵਿੱਚ ਇੱਕ ਡਿਫਰੈਂਟ ਤਰ੍ਹਾਂ ਦਾ ਜਜ਼ਬਾ ਹੁੰਦਾ ਹੈ, ਕਿਉਂਕਿ ਜਨਰਲੀ ਆਪਣੇ ਸਮਾਜ ਵਿੱਚ ਉਹਨਾਂ ਨੂੰ ਬੰਦਿਸ਼ਾਂ ਵਿੱਚ ਰੱਖਿਆ ਜਾਂਦਾ ਹੈ ਔਰ ਜਦੋਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਫਿਰ ਉਹ ਪੂਰੀ ਇਮਾਨਦਾਰੀ ਨਾਲ, ਪੂਰੀ ਡੈਡੀਕੇਸ਼ਨ ਨਾਲ, ਲਗਨ ਨਾਲ ਮਤਲਬ ਹਰ ਫੀਲਡ ਵਿੱਚ ਕੰਮ ਕਰਦੀਆਂ, ਚਾਹੇ ਉਹ ਸਪੋਰਟਸ ਦੀ ਹੋਵੇ, ਪੁਲਿਸ ਦੀ ਹੋਵੇ, ਐਡਮਿਨਿਸਟ੍ਰੇਸ਼ਨ ਦੀ ਹੋਵੇ, ਕੋਈ ਵੀ ਫੀਲਡ ਹੋਵੇ। ਜਦੋਂ ਸਟਾਰਟਿੰਗ ਕੀਤੀ ਹੈ ਸਪੋਰਟਸ, ਉਹਦੇ ਵਿੱਚ ਪਰਿਵਾਰਕ ਫੈਮਿਲੀ ਦੀ ਜੇ ਮੈਂ ਗੱਲ ਕਰਾਂ, ਫੁੱਲ ਸਪੋਰਟ ਸੀ ਕਿ ਕਿਤੇ ਨਾ ਕਿਤੇ ਪੇਰੈਂਟਸ ਕਹਿੰਦੇ ਸੀ ਵੀ ਤੁਸੀਂ ਸਟੱਡੀ ਕਰੋ, ਸਟੱਡੀ ਕਰ ਲਈ ਜ਼ੋਰ ਦਿਓ? ਨਹੀਂ ਜੀ ਨਹੀਂ, ਮੈਨੂੰ ਕਦੇ ਵੀ ਮਤਲਬ ਮੇਰੇ ਮਦਰ ਫਾਦਰ ਜਾਂ ਮੇਰੀ ਫੈਮਿਲੀ ਵਿੱਚ ਮੇਰੇ ਗ੍ਰੈਂਡ ਪੇਰੈਂਟਸ ਹੈ ਬਹੁਤ ਜ਼ਿਆਦਾ ਪ੍ਰੋਗਰੈਸਿਵ ਸੋਚ ਵਾਲੇ ਹੈਗੇ ਔਰ ਕਦੇ ਵੀ ਮੈਨੂੰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਹੈਗਾ, ਕਿਉਂਕਿ ਮੈਂ ਪੜ੍ਹਾਈ ਵਿੱਚ ਵੀ ਬਹੁਤ ਅੱਛੀ ਸੀਗੀ ਔਰ ਜਨਰਲੀ ਜੋ ਬਹੁਤ ਅੱਛੇ ਸਟੂਡੈਂਟਸ ਹੁੰਦੇ ਉਹ ਹਮੇਸ਼ਾ ਹੀ ਹੁੰਦਾ ਕਿ ਸਪੋਰਟਸ ਨਾ ਕਰਨ, ਪਰ ਮੇਰੇ ਪੇਰੈਂਟਸ ਨੇ ਕਦੇ ਪਰਵਾਹ ਨਹੀਂ ਕੀਤੀ। ਜਦੋਂ ਮੈਂ ਉਹਨਾਂ ਨੂੰ ਸਮਝਿਆ, ਦੇਖਿਆ ਕਿ ਮੈਂ ਸਪੋਰਟਸ ਕਰਨਾ ਚਾਹੁੰਦੀ ਹਾਂ ਤਾਂ ਉਹਦੇ ਵਿੱਚ ਵੀ ਮੇਰੀ ਉਹਨਾਂ ਨੇ ਫੁੱਲ ਸਪੋਰਟ ਕੀਤੀ। ਜੋ ਵੀ ਰਸਤਾ ਮੈਂ ਚੂਜ਼ ਕੀਤਾ ਆਪਣੀ ਲਾਈਫ ਵਿੱਚ, ਉਹ ਹਮੇਸ਼ਾ ਮੇਰੇ ਨਾਲ ਖੜੇ ਔਰ ਅੱਜ ਤੱਕ ਵੀ ਮੇਰੇ ਨਾਲ ਖੜ੍ਹੇ। ਮੈਂ ਤੁਹਾਡੇ ਬਾਰੇ ਸਟੱਡੀ ਕਰ ਰਿਹਾ ਸੀ ਇੰਟਰਵਿਊ ਕਰਨ ਤੋਂ ਪਹਿਲਾਂ, ਤੁਸੀਂ ਸਪੋਰਟਸ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਸੀ ਕਿ ਡਾਕਟਰ ਬਣਨਾ ਚਾਹੁੰਦੇ ਸੀ, ਕਿਸ ਤਰ੍ਹਾਂ ਸੀ ਉਹ? ਨਹੀਂ, ਇਹ ਨਹੀਂ ਸੀਗਾ ਕਿ ਮੈਂ ਸਪੋਰਟਸ ਵਿੱਚ ਜਾਣਾ ਨਹੀਂ ਚਾਹੁੰਦੀ ਸੀ, ਮੈਂ ਸਪੋਰਟਸ ਬਾਰੇ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਇੱਧਰ ਵੀ ਮੇਰਾ ਕਰੀਅਰ ਹੋ ਸਕਦਾ ਹੈ। ਮੈਂ ਬਚਪਨ ਤੋਂ ਬਹੁਤ ਹੀ ਸਟੂਡੀਅਸ ਸੀਗੀ ਔਰ ਜਨਰਲੀ ਮੈਂ ਸਿਵਲ ਸਰਵਿਸਿਜ਼ ਵਿੱਚ ਜਾਣਾ ਚਾਹੁੰਦੀ ਸੀਗੀ। ਮੈਂ ਹਮੇਸ਼ਾ ਆਪਣੇ ਟੌਪਰਸ ਦੀ ਜੋ ਮੈਗਜ਼ੀਨਸ ਆਉਂਦੇ ਸੀ ਉਹਨਾਂ ਦੇ ਇੰਟਰਵਿਊ ਪੜ੍ਹਦੀ ਰਹਿੰਦੀ ਸੀ ਔਰ ਇਹ ਹੁਣ ਸੋਚਦੀ ਹੁੰਦੀ ਸੀ ਕਿ ਮੈਂ ਵੀ ਕਿਸੇ ਦਿਨ ਸਿਵਲ ਸਰਵਿਸਿਜ਼ ਐਗਜ਼ਾਮ ਟੌਪ ਕਰਕੇ ਮੇਰੀ ਉਹ ਛੋਟੀ ਜਿਹੀ ਫੋਟੋ ਜਿਹੜੀ ਹੈ ਕਿਸੇ ਮੈਗਜ਼ੀਨ ਜਾਂ ਨਿਊਜ਼ਪੇਪਰ ਵਿੱਚ ਲੱਗੂਗੀ। ਪਰ ਜਦੋਂ ਮੈਂ ਗ੍ਰੈਜੂਏਸ਼ਨ ਸਟਾਰਟ ਕੀਤੀ ਤਾਂ ਲੱਕੀਲੀ ਉਦੋਂ ਮੈਂ ਸ਼ੂਟਿੰਗ ਸਪੋਰਟ ਸਟਾਰਟ ਕੀਤੀ। ਮੈਂ ਕਾਫੀ ਲੇਟ ਵੀ ਸਟਾਰਟ ਕੀਤੀ ਹੈ, ਪਰ ਉਹਦੇ ਵਿੱਚ ਇਸ ਤਰ੍ਹਾਂ ਦਾ ਇੰਟਰਸਟ ਬਣ ਗਿਆ ਕਿਉਂਕਿ ਗੇਮ ਵੀ ਇਸ ਤਰ੍ਹਾਂ ਦੀ ਹੈ ਕਿ ਫੋਕਸ ਵਾਲੀ ਗੇਮ ਹੈ, ਕੌਨਸਨਟ੍ਰੇਸ਼ਨ ਵਾਲੀ ਗੇਮ ਹੈ। ਉਸਨੇ ਮੇਰੀ ਸਟੱਡੀਜ਼ ਵਿੱਚ ਵੀ ਹੈਲਪ ਕੀਤੀ ਉਸ ਚੀਜ਼ ਨੇ ਔਰ ਮੈਂ ਆਲਰੇਡੀ ਮੇਰੀ ਸਿਟਿੰਗ ਕਾਫੀ ਜ਼ਿਆਦਾ ਸੀਗੀ ਪੜ੍ਹਾਈ ਵਿੱਚ, ਤਾਂ ਉਸਨੇ ਮੇਰੀ ਸਪੋਰਟਸ ਵਿੱਚ ਹੈਲਪ ਕੀਤੀ। ਸੋ ਡਾਕਟਰ ਬਣਨਾ ਚਾਹੁੰਦੇ ਸੀ? ਡਾਕਟਰ ਤਾਂ ਇਹ ਸੀ, ਮੈਂ ਡਾਕਟਰ ਦਾ ਇਹ ਕਹੂੰਗੀ ਕਿ ਮੈਂ ਡਾਕਟਰ ਸ਼ਾਇਦ ਦਿਲੋਂ ਕਦੇ ਵੀ ਬਣਨਾ ਨਹੀਂ ਚਾਹੁੰਦੀ ਸੀ, ਕਿਉਂਕਿ ਜਿਸ ਤਰ੍ਹਾਂ ਉਸ ਟਾਈਮ 'ਤੇ ਅੱਜ ਕੱਲ੍ਹ ਦੇ ਬੱਚੇ ਬਹੁਤ ਸਮਾਰਟ ਹੈ, ਐਕਸਪੋਜਰ ਜ਼ਿਆਦਾ ਹੈ, ਉਸ ਟਾਈਮ 'ਤੇ ਇੱਕ ਟਰੈਂਡ ਸੀਗਾ ਕਿ ਜਾਂ ਤਾਂ ਤੁਸੀਂ ਮੈਡੀਕਲ ਚੂਜ਼ ਕਰ ਲਓ ਜਾਂ ਨਾਨ ਮੈਡੀਕਲ ਚੂਜ਼ ਕਰ ਲਓ। ਪੇਰੈਂਟਸ ਕਹਿੰਦੇ ਉਹ ਤਾਂ ਨਹੀਂ ਕਿਹਾ ਜਾਣਾ ਸੀ ਨਹੀਂ ਤੁਸੀਂ ਇੱਧਰ ਡਾਕਟਰ ਵਾਲੀ ਸਾਈਡ ਲਓ, ਕਿਉਂਕਿ ਨਾ ਅਸਲ ਦੇ ਵਿੱਚ ਜਦੋਂ ਸਟਾਰਟਿੰਗ ਦੇ ਥੋਪ ਪੈਂਦਾ ਪੇਰੈਂਟਸ ਕਹਿੰਦੇ ਨਹੀਂ ਨਹੀਂ ਤੂੰ ਛੱਡ ਆਹ ਕੰਮ ਕਰ ਲਓ ਤੁਸੀਂ ਨਹੀਂ ਜੀ। ਨਹੀਂ, ਮੇਰੇ ਪੇਰੈਂਟਸ ਵੱਲੋਂ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਨਹੀਂ ਸੀਗਾ। ਜੇ ਮੈਂ ਮੈਡੀਕਲ ਚੂਜ਼ ਕੀਤਾ ਤਾਂ ਉਹਦੇ ਵਿੱਚ ਵੀ ਮੇਰੇ ਨਾਲ ਸੀ, ਸਪੋਰਟਸ ਚੂਜ਼ ਕੀਤੀ ਉਹਦੇ ਵਿੱਚ ਵੀ ਮੇਰੇ ਨਾਲ ਸੀ। ਜੋ ਵੀ ਫੈਸਲਾ ਜਾਂ ਜੋ ਵੀ ਡਿਸੀਜਨ ਮੇਰੀ ਮੈਂ ਚੂਜ਼ ਕਰਦੀ ਸੀਗੀ ਜਾਂ ਮੇਰੀ ਚੋਇਸ ਹੁੰਦੀ ਸੀ, ਉਹਨਾਂ ਨੇ ਹਮੇਸ਼ਾ ਉਸ ਦੀ ਰਿਸਪੈਕਟ ਕੀਤੀ ਔਰ ਹਮੇਸ਼ਾ ਮੇਰੇ ਨਾਲ ਖੜੇ ਆ। ਸਪੋਰਟਸ ਦੇ ਵਿੱਚ ਹਾਰਾਂ ਬਹੁਤ ਹੁੰਦੀਆਂ ਨੇ, ਅਵਨੀਤ ਕੌਰ ਸਿੱਧੂ ਨੂੰ ਕਿੰਨੀ ਕੁ ਹਾਰਾਂ ਦਾ ਸਾਹਮਣਾ ਕਰਨਾ ਪਿਆ? ਜੋ ਜਿੱਤਦਾ ਹੈ ਨਾ ਜੀ, ਉਹ ਜਿੱਤਦਾ ਹਮੇਸ਼ਾ ਘੱਟ ਹੁੰਦਾ, ਉਹਦੀਆਂ ਹਾਰਾਂ ਜ਼ਿਆਦਾ ਹੁੰਦੀਆਂ ਉਹਦੀ ਜ਼ਿੰਦਗੀ ਵਿੱਚ, ਉਹਦੇ ਸਫ਼ਰ ਵਿੱਚ। ਸੋ ਹਮੇਸ਼ਾ ਹਾਰ ਤੋਂ ਬਾਅਦ ਹੀ ਜਿੱਤ ਦਾ ਵੀ ਜ਼ਿਆਦਾ ਮਜ਼ਾ ਆਉਂਦਾ। ਸੋ ਬਹੁਤ ਸਾਰੀਆਂ ਹਾਰਾਂ ਹੋਈਆਂ ਔਰ ਜਦੋਂ ਤੁਸੀਂ ਜਿੱਤ ਜਾਂਦੇ ਹੋ ਉਸ ਤੋਂ ਬਾਅਦ ਵੀ ਤੁਹਾਡੀ ਹਾਰ ਹੁੰਦੀ ਹੈ, ਤਾਂ ਉਹ ਹਰ ਚੀਜ਼ ਵਿੱਚੋਂ ਲੰਘ ਕੇ ਹੀ ਇੱਕ ਜੋ ਹੈਗਾ ਆਈ ਥਿੰਕ ਸਕਸੈਸਫੁਲ ਸਪੋਰਟਸਮੈਨ ਬਣਦਾ ਹੈਗਾ। ਚੈਂਪੀਅਨ ਹੁੰਦਾ ਜੋ ਕੋਈ ਇੱਕ ਪਰਫਾਰਮੈਂਸ ਕਰਦਾ, ਇੱਕ ਦਿਨ ਦੀ ਪਰਫਾਰਮੈਂਸ ਨੂੰ ਆਪਾਂ ਚੈਂਪੀਅਨ ਕਹਿੰਦੇ ਹਾਂ, ਬਟ ਜੋ ਸਪੋਰਟਸਮੈਨਸ਼ਿਪ ਹੁੰਦੀ ਹੈ ਉਹ ਜਰਨੀ ਵਿੱਚ ਹੁੰਦੀ ਹੈ ਕਿ ਤੁਸੀਂ ਹਾਰਾਂ ਜਿੱਤਾਂ ਨੂੰ, ਹਾਰ ਵਿੱਚ ਤੁਸੀਂ ਕਿਸ ਤਰ੍ਹਾਂ ਆਪਣਾ ਹੌਸਲਾ ਕਾਇਮ ਰੱਖਣਾ ਔਰ ਜਿੱਤ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੀ ਨਿਮਰਤਾ ਕਾਇਮ ਰੱਖਣੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਪੋਰਟਸ ਲਾਈਫ ਇੱਕ ਇਨਸਾਨ ਨੂੰ ਸਿਖਾਉਂਦੀ ਹੈ ਔਰ ਇਹੀ ਚੀਜ਼ਾਂ ਮੈਨੂੰ ਮੇਰੇ ਸਫ਼ਰ ਨੇ ਸਿਖਾਈਆਂ। ਤੁਸੀਂ ਸ਼ੂਟਰ ਗੇਮ ਜਿਹੜੀ ਹੈਗੀ ਅਪਲਾਈ ਕੀਤੀ, ਕੀ ਸੀ ਉਹ? ਐਥਲੀਟ ਵੀ ਹੋ ਸਕਦੀ ਸੀ, ਉਹ ਹੋਰ ਵੀ ਗੇਮਸ ਹੋ ਸਕਦੀਆਂ, ਇਕੱਲੀ ਸ਼ੂਟਰ ਕਿਉਂ? ਸ਼ੂਟਿੰਗ ਬੜੀ ਡਿਫਰੈਂਟ ਗੇਮ ਸੀ। ਜਦੋਂ ਮੈਂ ਸਟਾਰਟ ਕੀਤੀ ਸੀਗੀ ਇੰਨੀ ਪੋਪੂਲਰ ਗੇਮ ਨਹੀਂ ਸੀਗੀ, ਉਦੋਂ ਬਹੁਤ ਘੱਟ ਲੋਕ ਸੀ ਜੋ ਸ਼ੂਟਿੰਗ ਕਰਦੇ ਸੀ ਔਰ ਕਈਆਂ ਨੂੰ ਤਾਂ ਸਮਝ ਵੀ ਨਹੀਂ ਆਉਂਦੀ ਸੀ ਵੀ ਇਹ ਕਿਹੜੀ ਸਪੋਰਟ ਹੈਗੀ ਹੈ। ਸੋ ਬਹੁਤ ਅਪੀਲਿੰਗ ਲੱਗੀ ਮੈਨੂੰ ਔਰ ਗਨਸ ਚਲਾਉਣਾ ਮੇਬੀ ਸ਼ਾਇਦ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਨੂੰ ਸ਼ੌਂਕ ਹੁੰਦਾ, ਇੱਕ ਬਰੇਵ ਗੇਮ ਹੈਗੀ ਹੈ, ਇੱਕ ਬੜੀ ਔਰ ਇਹ ਸੀਗਾ ਕਿ ਬਹੁਤ ਭੱਜਣਾ ਨਹੀਂ ਪੈਂਦਾ ਗਾ। ਉਸ ਟਾਈਮ 'ਤੇ ਇਹ ਸੋਚ ਸੀਗੀ ਕਿ ਠੀਕ ਹੈ ਬਹੁਤ ਜ਼ਿਆਦਾ ਤੁਹਾਨੂੰ ਗਰਾਊਂਡ ਵਿੱਚ ਨਹੀਂ ਭੱਜਣਾ ਪਊਗਾ, ਹਾਲਾਂਕਿ ਉਦੋਂ ਇਹ ਗਲਤ ਲੱਗਦਾ ਸੀਗਾ। ਸ਼ੂਟਰ ਨੂੰ ਵੀ ਉਨਾ ਹੀ ਫਿਟ ਰਹਿਣਾ ਪੈਂਦਾ ਹੈ ਜਿੰਨਾ ਕਿਸੇ ਬਾਕੀ ਸਪੋਰਟਸ ਪਰਸਨਸ ਨੂੰ ਰਹਿਣਾ ਪੈਂਦਾ ਹੈ। ਪਰ ਹਾਂਜੀ ਇੰਟਰਸਟਿੰਗ ਲੱਗੀ ਗੇਮ, ਮਤਲਬ ਗਨਸ ਚਲਾਉਣਾ, ਤੁਸੀਂ ਇੱਕ ਜਗ੍ਹਾ 'ਤੇ ਫੋਕਸ ਕਰਕੇ ਇੱਕ ਹੀ ਛੋਟੇ ਜਿਹੇ ਪੁਆਇੰਟ 'ਤੇ ਤੁਸੀਂ ਬਾਰ-ਬਾਰ ਹਿੱਟ ਕਰਨਾ ਹੈ। ਸੋ ਅੱਛਾ ਚੈਲੰਜ ਲੱਗਿਆ। ਸੋ ਆਈ ਥਿੰਕ ਇਸੇ ਕਰਕੇ ਮੈਂ ਸਟਾਰਟ ਕੀਤੀ ਸੀ, ਕੁਝ ਖਾਸ ਸੋਚ ਕੇ ਕੁਝ ਸਟਾਰਟ ਨਹੀਂ ਸੀ ਕੀਤਾ। ਸਪੋਰਟਸ ਦੇ ਵਿੱਚ ਕਿਸ ਤਰ੍ਹਾਂ ਵੀ ਹੁੰਦਾ ਵੀ ਤੁਹਾਨੂੰ ਜਿਹੜੀਆਂ ਕਈ ਵਾਰ ਕਾਫੀ ਚੀਜ਼ਾਂ ਲਾਸ ਮਿਲਦੀਆਂ, ਤੁਹਾਨੂੰ ਚੀਜ਼ਾਂ ਨਹੀਂ ਮਿਲਦੀਆਂ, ਤੁਹਾਨੂੰ ਗਰਾਊਂਡ ਨਹੀਂ ਮਿਲਦੇ ਤੁਹਾਨੂੰ, ਕਿਉਂਕਿ ਜੇ ਸ਼ੂਟਿੰਗ ਦੀ ਗੱਲ ਕੀਤੀ ਹੈ ਤੁਸੀਂ ਗਨ ਵਗੈਰਾ ਉਦੋਂ ਫਿਰ ਕਿੱਥੋਂ ਪ੍ਰੋਵਾਈਡ ਕਰਦੇ ਸੀ? ਕਿਉਂਕਿ ਉਸ ਸਮੇਂ ਤਾਂ ਕਾਫੀ ਇਸ ਚੀਜ਼ਾਂ ਲਈ ਬੰਦ ਕੀਤੀਆਂ ਹੋਣ, ਉਸ ਤਰੀਕੇ ਨਾਲ ਕਿਸ ਤਰ੍ਹਾਂ ਮੈਨੇਜ ਕਰਦੇ ਸੀ ਫਿਰ? ਹਾਂਜੀ, ਮੈਂ ਜਿਸ ਕਾਲਜ ਵਿੱਚ ਸੀਗੀ ਆਪਣਾ ਦਸਮੇਸ਼ ਗਰਲਸ ਕਾਲਜ ਬਾਦਲ ਵਿੱਚ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ, ਸ਼ੂਟਿੰਗ ਵੀ ਉੱਥੇ ਹੀ ਸਟਾਰਟ ਕੀਤੀ ਹੈ। ਸੋ ਉਦੋਂ ਉਸ ਟਾਈਮ 'ਤੇ ਉੱਥੇ ਕਾਲਜ ਵਿੱਚ ਹੀ ਸਪੋਰਟਸ ਵਿੰਗ ਵੱਲੋਂ ਸ਼ੂਟਿੰਗ ਸਟਾਰਟ ਕਰਵਾਈ ਗਈ ਸੀ ਗੇਮ।
ਤੇ ਉੱਥੇ ਹੀ ਗਨਸ ਵੀ ਸੀਗੀਆਂ, ਪਰ ਉਹ ਇਹ ਹੁੰਦਾ ਕਿ ਉੱਥੇ ਇੱਕ ਹੀ ਗਨ ਤੇ ਮਤਲਬ 10-10 ਸ਼ੂਟਰਸ ਸ਼ੂਟ ਕਰਦੇ ਸੀਗੇ। ਪਰ 1 ਸਾਲ ਦੇ ਅੰਦਰ ਅੰਦਰ ਜਦੋਂ ਮੇਰੇ ਪੇਰੈਂਟਸ ਨੇ ਦੇਖਿਆ ਕਿ ਮੈਂ ਬਹੁਤ ਅੱਛਾ ਪਰਫਾਰਮ ਕਰ ਰਹੀ ਹਾਂ, ਤਾਂ ਫਿਰ ਮੇਰੇ ਫਾਦਰ ਨੇ ਮੈਨੂੰ ਮੇਰੇ ਬਰਥਡੇ ਤੇ ਰਾਈਫਲ ਗਿਫਟ ਕੀਤੀ ਸੀਗੀ। ਸੋ ਇਹ ਕਿ ਓਰੀਜਨਲ ਜੋ ਹਾਂਜੀ ਸ਼ੂਟਿੰਗ ਦੀ ਰਾਈਫਲ ਜੋ ਹੁੰਦੀ ਹੈ। ਸੋ ਮਤਲਬ ਇਹ ਮੇਰਾ ਇੰਨਾ ਸਪੋਰਟ ਉਹਨਾਂ ਨੇ ਕੀਤਾ ਕਿ ਮੇਰੇ ਬਰਥਡੇ ਤੇ ਮੈਨੂੰ ਕੋਈ ਹੋਰ ਚੀਜ਼ ਨਹੀਂ, ਮੈਨੂੰ ਇੱਕ ਰਾਈਫਲ ਗਿਫਟ ਕੀਤੀ ਮੇਰੇ ਫਾਦਰ ਨੇ। ਸੋ ਬਹੁਤ ਅੱਛਾ ਸਪੋਰਟ ਸੀਗਾ। ਪਰ ਹਾਂਜੀ ਮੁਸ਼ਕਿਲਾਂ ਜ਼ਰੂਰ ਆਈਆਂ, ਕਿਉਂਕਿ ਉਸ ਟਾਈਮ ਤੇ ਜੋ ਵਰਲਡ ਲੈਵਲ ਦੀਆਂ ਰੇਂਜਸ ਸੀਗੀਆਂ ਨਾ ਤਾਂ ਆਪਣੇ ਇੰਡੀਆ ਵਿੱਚ ਜ਼ਿਆਦਾ ਸੀ, ਨਾ ਹੀ ਪੰਜਾਬ ਵਿੱਚ ਜ਼ਿਆਦਾ ਸੀਗੀਆਂ। ਸੋ ਅਸੀਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਪਰ ਆਈ ਥਿੰਕ ਮੇਰੇ ਤੇ ਮੇਰੇ ਨਾਲ ਦੇ ਜਿੰਨੇ ਵੀ ਸਪੋਰਟਸ ਪਰਸਨਸ ਨੇ ਜਦੋਂ ਅੱਛੀ ਪਰਫਾਰਮੈਂਸ ਦਿੱਤੀ ਹੈ, ਹੁਣ ਉਸ ਤੋਂ ਬਾਅਦ ਬਹੁਤ ਚੀਜ਼ਾਂ ਬਿਹਤਰ ਹੋ ਗਈਆਂ, ਇਨਫਰਾਸਟ੍ਰਕਚਰ ਵੀ ਜ਼ਿਆਦਾ ਹੋ ਗਿਆ, ਔਰ ਇੰਡੀਆ ਵਿੱਚ ਜਦੋਂ ਕਾਮਨਵੈਲਥ ਗੇਮਸ ਹੋਈਆਂ ਉਸ ਤੋਂ ਬਾਅਦ ਵੀ ਕਾਫੀ ਫੈਸਿਲਿਟੀਜ਼ ਆਪਣੇ ਕੋਲ ਆ ਗਈਆਂ। ਸੋ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂਜੀ ਬਹੁਤ ਜ਼ਰੂਰਤ ਹੈ ਹਲੇ ਆਪਣੀ ਸਰਕਾਰ ਨੂੰ। ਨਹੀਂ ਦਿੱਕਤਾਂ ਜਿਸ ਤਰ੍ਹਾਂ ਜੀ ਹੁਣ ਹਰ ਜਗ੍ਹਾ ਵਿੱਚ, ਹਰ ਸ਼ਹਿਰ ਵਿੱਚ ਉਹ ਵਰਲਡ ਕਲਾਸ ਸ਼ੂਟਿੰਗ ਰੇਂਜ ਤੁਸੀਂ ਕਹਿ ਲਓ। ਅਗਰ ਆਪਾਂ ਹੋਰ ਸਪੋਰਟਸ ਦੀ ਗੱਲ ਕਰੀਏ, ਹਰ ਸ਼ਹਿਰ ਵਿੱਚ ਇੱਕ ਅਲਟਰਾ ਮਤਲਬ ਮਾਡਰਨ ਸਟੇਡੀਅਮ ਹੋਣਾ ਚਾਹੀਦਾ, ਜੋ ਕਿ ਨਹੀਂ ਹੈਗਾ। ਇਹਨਾਂ ਚੀਜ਼ਾਂ ਨਾਲ ਆਪਾਂ ਜਿਹੜੇ ਬੱਚੇ ਆਪਣੇ ਦੂਜੇ ਰਸਤਿਆਂ ਤੇ ਜਾ ਰਹੇ ਉਹਨਾਂ ਨੂੰ ਵੀ ਆਪਾਂ ਸਪੋਰਟਸ ਵੱਲ ਪ੍ਰੇਰਿਤ ਕਰ ਸਕਦੇ ਹਾਂ। ਮੈਮ ਇਸ ਤਰ੍ਹਾਂ ਹੋਇਆ ਜਦੋਂ ਸਪੋਰਟਸ ਕਰਦੇ ਸੀ ਵੀ ਨਹੀਂ ਹੁਣ ਅਵਨੀਤ ਨੇ ਨਹੀਂ ਬਸ ਮੈਂ ਕਿ ਹਾਰਾਂ, ਤੁਸੀਂ ਬੇਸਿਕਲੀ ਗੱਲਾਂ ਕੀਤੀਆਂ ਵੀ ਹਾਰਾਂ ਵੀ ਹੁੰਦੀਆਂ ਨੇ, ਕਦੇ ਮਨ ਟੁੱਟਿਆ ਵੀ ਨਹੀਂ ਹੁਣ ਨਹੀਂ ਬਸ ਬਹੁਤ ਹੋ ਗਿਆ? ਨਹੀਂ, ਮਨ ਨਹੀਂ ਕਦੇ ਮਨ ਟੁੱਟਦਾ, ਪਰ ਹੌਸਲਾ ਨਹੀਂ ਟੁੱਟਿਆ ਕਦੇ। ਮਨ ਤਾਂ ਟੁੱਟ ਜਾਂਦਾ ਹਾਂਜੀ ਜਦੋਂ ਤੁਸੀਂ ਹਾਰਦੇ ਹੋ, ਕੋਈ ਤੁਸੀਂ ਬਹੁਤ ਸੋਚ ਕੇ ਜਾਂਦੇ ਹੋ ਕਿ ਮੈਂ ਇਸ ਜਗ੍ਹਾ ਤੇ ਆ ਜਿੱਤਣਾ ਹੈ, ਤਾਂ ਤੁਸੀਂ ਨਹੀਂ ਕਰ ਪਾਉਂਦੇ ਤਾਂ ਮਨ ਜ਼ਰੂਰ ਉਦਾਸ ਹੁੰਦਾ, ਮਨ ਟੁੱਟ ਜਾਂਦਾ, ਪਰ ਹੌਸਲਾ ਕਦੇ ਨਹੀਂ ਟੁੱਟਿਆ। ਹਮੇਸ਼ਾ ਇਹ ਹੁੰਦਾ ਕਿ ਠੀਕ ਹੈ ਹੁਣ ਦੁਬਾਰਾ ਕਿਵੇਂ ਸਟੈਂਡ ਅਪ ਕਰਨਾ ਹੈਗਾ। ਜਦੋਂ ਤੁਸੀਂ ਤਕਰੀਬਨ ਓਲੰਪਿਕ ਦੇ ਵਿੱਚ ਗਏ ਹੋ, ਉਦੋਂ ਜਦੋਂ 2 ਸਪੋਰਟਸਮੈਨ ਸੀ ਤੁਸੀਂ ਗਏ ਹੋ, ਉਦੋਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ? ਬਹੁਤ ਅੱਛਾ ਲੱਗ ਰਿਹਾ ਸੀਗਾ। ਜੋ ਮੇਰੇ ਨਾਲ ਦੂਸਰੀ ਫੀਮੇਲ ਸ਼ੂਟਰ ਸੀਗੀ ਅੰਜਲੀ ਭਾਗਵਤ, ਉਹ ਮੇਰੇ ਆਈਡਲ ਸੀ ਤੇ ਉਹ ਮੈਂ ਉਸ ਗੱਲ ਤੇ ਆਉਣਾ ਚਾਹੁੰਦਾ ਸੀ। ਮੈਂ ਸ਼ੂਟਿੰਗ ਸਟਾਰਟ ਕੀਤੀ ਸੀ ਤਾਂ ਉਹਨਾਂ ਨੂੰ ਮੈਂ ਉਹਨਾਂ ਦੀਆਂ ਇੰਟਰਵਿਊਜ਼ ਪੜ੍ਹਦੀ ਸੀ, ਦੇਖਦੀ ਸੀਗੀ, ਔਰ ਜਦੋਂ ਮੈਂ ਸ਼ੂਟਿੰਗ ਫੀਲਡ ਵਿੱਚ ਗਈ ਤਾਂ ਮੈਂ ਦੇਖਿਆ ਕਿ ਔਰ ਉਹਨਾਂ ਨੂੰ ਜਦੋਂ ਮੈਂ ਕਾਮਨਵੈਲਥ ਵਿੱਚ ਮੇਰੀ ਸਿਲੈਕਸ਼ਨ ਹੋਈ ਸੀ ਤਾਂ ਮੈਂ ਉਹਨਾਂ ਨੂੰ ਬੀਟ ਕੀਤਾ ਸੀਗਾ। ਫਿਰ ਮੇਰੀ ਕਾਮਨਵੈਲਥ ਸਿਲੈਕਸ਼ਨ ਹੋਈ ਔਰ ਓਲੰਪਿਕਸ ਵਿੱਚ ਉਹ ਮੇਰੇ ਨਾਲ ਸੀਗੇ। ਸੋ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਕਿ ਜਿਸ ਨੂੰ ਦੇਖ ਕੇ ਤੁਸੀਂ ਸ਼ੂਟਿੰਗ ਕਰਦੇ ਹੋ, ਫਿਰ ਉਸ ਦੇ ਬਰਾਬਰ ਖੜੇ ਹੋ ਕੇ ਤੁਸੀਂ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਔਰ ਬਹੁਤ ਅੱਛੀ ਗਾਈਡੈਂਸ ਵੀ ਮਿਲਦੀ ਰਹੀ ਉਹਨਾਂ ਤੋਂ। ਸੋ ਬਹੁਤ ਹੀ ਅੱਛਾ ਐਕਸਪੀਰੀਅੰਸ ਸੀ। ਉੱਥੇ ਕਿ ਇਸ ਤਰ੍ਹਾਂ ਨਹੀਂ ਮਹਿਸੂਸ ਹੋਇਆ ਵੀ ਕਈ ਵਾਰ ਹੁੰਦਾ ਵੀ ਇਹਨਾਂ ਨਾਲ ਮੈਂ ਕਿਵੇਂ ਸਾਹਮਣਾ ਕਰਾਂਗਾ ਇਹਨਾਂ ਦਾ, ਕਿਉਂਕਿ ਉਹ ਮੇਰੇ ਆਈਡਲ ਰਹੇ ਨੇ? ਮਨ ਦੇ ਵਿੱਚ ਕਿਸ ਤਰ੍ਹਾਂ ਦੇ ਬਲਬਲੇ ਸੀ ਉਸ ਸਮੇਂ? ਨਹੀਂ, ਇਸ ਤਰ੍ਹਾਂ ਨਹੀਂ ਸੀਗਾ, ਕਿਉਂਕਿ ਜਦੋਂ ਪਹਿਲੀ ਵਾਰ ਜ਼ਰੂਰ ਤੁਸੀਂ ਜਦੋਂ ਮਿਲਦੇ ਹੋ ਕਿਸੇ ਨੂੰ ਜਿਸ ਦੇ ਬਾਰੇ ਤੁਸੀਂ ਆਈਡਲਾਈਜ਼ ਕਰਦੇ ਹੋ, ਉਹ ਪਹਿਲੀ ਵਾਰ ਹੁੰਦਾ ਤੁਹਾਨੂੰ ਜ਼ਰੂਰ ਥੋੜ੍ਹਾ, ਪਰ ਜਦੋਂ ਉਸ ਟਾਈਮ ਤੱਕ ਉਹਨਾਂ ਦੇ ਬਹੁਤ ਅੱਛੇ ਮੇਰੀ ਦੋਸਤੀ ਹੋ ਗਈ ਸੀ ਉਹਨਾਂ ਨਾਲ। ਸੋ ਉਹਨਾਂ ਦਾ ਇੱਕ ਬਹੁਤ ਅੱਛਾ ਸਪੋਰਟ ਸੀਗਾ ਔਰ ਅੱਛਾ ਲੱਗਦਾ। ਔਰ ਉਦੋਂ ਤੁਸੀਂ ਇੱਕ ਦੂਜੇ ਨਾਲ ਕੰਪੀਟ ਨਹੀਂ ਕਰ ਰਹੇ ਹੁੰਦੇ। ਜਦੋਂ ਤੁਸੀਂ ਸਪੋਰਟਸ ਵਿੱਚ ਕੰਪੀਟ ਕਰ ਰਹੇ ਹੋ ਤਾਂ ਮੈਂ ਕਦੇ ਨਹੀਂ ਸੋਚਿਆ ਕਿ ਇਹਦਾ ਮੇਰੇ ਨਾਲ ਕੰਪੀਟੀਸ਼ਨ ਹੈ। ਮੈਂ ਆਪਣੇ ਆਪ ਨਾਲ ਹੀ ਕੰਪੀਟ ਕਰਦੀ ਹਾਂ। ਔਰ ਸ਼ੂਟਿੰਗ ਗੇਮ ਵੀ ਐਵੇਂ ਦੀ ਹੈ ਕਿ ਤੁਸੀਂ ਦੂਸਰਿਆਂ ਬਾਰੇ ਨਹੀਂ ਸੋਚ ਸਕਦੇ। ਉਦੋਂ ਤੁਸੀਂ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਦੇਸ਼ ਦਾ ਝੰਡਾ ਲਹਿਰਾਉਣਾ ਹੁੰਦਾ, ਔਰ ਉਹ ਤੁਸੀਂ ਇਹ ਹੁੰਦਾ ਕਿ ਮੈਂ ਆਪਣਾ ਬੈਸਟ ਦੇਣਾ। ਤੁਸੀਂ ਕਹਿਣਾ ਚਾਹੁੰਦੇ ਸੀ ਵੀ ਮੇਰਾ ਇੱਕ ਡ੍ਰੀਮ ਸੀ, ਸੁਪਨਾ ਸੀ ਵੀ ਮੈਂ ਇੱਕ ਆਫਿਸਰ ਬਣਾ, ਹੁਣ ਤੁਸੀਂ ਬਣ ਚੁੱਕੇ ਹੋ। ਕਿ ਹੁਣ ਤੁਸੀਂ ਗੇਮ ਫੇਰ ਤਿਆਰ ਖੇਡ ਰਹੇ ਹੋ? ਦੇਖੋ ਸਪੋਰਟਸ ਅਗਰ ਤੁਸੀਂ ਉਸ ਲੈਵਲ ਤੇ ਕਰਨੀ ਹੈ ਤਾਂ ਇਹ ਦੋਨੋਂ ਚੀਜ਼ਾਂ ਐਵੇਂ ਦੀਆਂ ਕਿ ਤੁਹਾਨੂੰ 24 ਘੰਟੇ ਮਤਲਬ ਅਗਰ ਤੁਸੀਂ ਸਪੋਰਟਸ ਕਰਨੀ ਹੈ ਤਾਂ ਸਪੋਰਟਸ ਬਾਰੇ ਹੀ ਸੋਚਣਾ ਹੈ। ਅਗਰ ਤੁਸੀਂ ਡਿਊਟੀ ਕਰ ਰਹੇ ਹੋ ਤਾਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਵਿੱਚ ਦੀ 8 ਘੰਟੇ, ਕਿਉਂਕਿ ਪ੍ਰੋਪਰ ਸਪੋਰਟ ਕਰਨ ਲਈ ਤੁਹਾਨੂੰ ਐਟਲੀਸਟ 7-8 ਘੰਟੇ ਦਿਨ ਵਿੱਚ ਲਗਾਉਣੇ ਪੈਂਦੇ ਆ। ਹੁਣ ਮੁਸ਼ਕਿਲ ਹੈ, ਪਰ ਹਾਂਜੀ ਜਦੋਂ ਮੈਨੂੰ ਟਾਈਮ ਮਿਲੂਗਾ ਮੈਂ ਜ਼ਰੂਰ ਦੁਬਾਰਾ ਰਿਪਰੈਜ਼ੈਂਟ ਕਰੂੰਗੀ, ਔਰ ਨੈਸ਼ਨਲ ਲੈਵਲ ਤੇ ਤਾਂ ਹਾਲੇ ਤੱਕ ਵੀ ਮੈਂ ਕੰਟੀਨਿਊ ਕਰੂੰਗੀ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ। ਪਰ ਹਾਂਜੀ ਉਸ ਲੈਵਲ ਤੇ ਪਹੁੰਚਣਾ ਤਾਂ ਫਿਰ ਇਹ ਹੁੰਦਾ ਵੀ ਤੁਹਾਨੂੰ ਦੋਨੋਂ ਪਾਸੇ ਬਰਾਬਰ ਧਿਆਨ ਦੇਣਾ ਪੈਂਦਾ ਹੈ। ਸੋ ਉਹ ਇਹ ਹੁੰਦਾ ਕਿ ਇੱਕ ਚੀਜ਼ ਨਾਲ ਨਾਇਨਸਾਫੀ ਹੋ ਜਾਊਗੀ ਫਿਰ। ਸੋ ਪਰ ਮੇਰੀ ਕੋਸ਼ਿਸ਼ ਇਹ ਜ਼ਰੂਰ ਹੈਗੀ ਹੈ ਕਿ ਜੋ ਆਉਣ ਵਾਲੇ ਸ਼ੂਟਰਸ ਆ ਉਹਨਾਂ ਲਈ ਮੈਂ ਜ਼ਰੂਰ ਟਾਈਮ ਕੱਢਣ ਦੀ ਕੋਸ਼ਿਸ਼ ਕਰਦੀ ਹਾਂ। ਅਗਰ ਕਿਸੇ ਨੂੰ ਮੇਰੇ ਤੋਂ ਕਿਸੇ ਵੀ ਤਰ੍ਹਾਂ ਦੀ ਹੈਲਪ ਜਾਂ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ, ਹਮੇਸ਼ਾ ਉਹਨਾਂ ਨੂੰ ਗਾਈਡ ਕਰਦੀ ਹਾਂ। ਸੋ ਸਪੋਰਟਸ ਦੇ ਨਾਲ ਮੈਂ ਹਮੇਸ਼ਾ ਜੁੜੀ ਰਹੂੰਗੀ। ਸਪੋਰਟਸ ਪਰਸਨ ਅੰਦਰ ਜੋ ਹੁੰਦਾ ਉਹ ਤੁਹਾਡੇ ਕਦੇ ਖਤਮ ਨਹੀਂ ਹੋ ਸਕਦਾ। ਅਚੀਵਮੈਂਟਾਂ ਕੀ ਰਹੀਆਂ ਨੇ ਹੁਣ ਤੱਕ ਦੀਆਂ ਲਾਈਫ ਦੇ ਵਿੱਚ? ਬੜੀਆਂ ਅਚੀਵਮੈਂਟਾਂ ਕਿਹੜੀਆਂ ਜਿਹੜੀਆਂ ਅਚੀਵਮੈਂਟਾਂ ਸਭ ਤੋਂ ਇਹ ਲੱਗਦਾ ਵੀ ਇਹ ਮੇਰੇ ਲਈ ਸਭ ਤੋਂ ਬੈਸਟ ਰਹੀ ਹੁਣ ਤੱਕ? ਦੇਖੋ ਅਚੀਵਮੈਂਟਸ ਤਾਂ ਬਹੁਤ ਸਾਰੇ ਆ, ਉਹਨਾਂ 'ਚੋਂ ਮਤਲਬ ਇੱਕ ਚੂਜ਼ ਕਰਨਾ ਬਹੁਤ ਮੁਸ਼ਕਿਲ ਹੈਗਾ। ਪਰ ਹਾਂਜੀ ਜੋ ਪਹਿਲੀ ਜਿੱਤ ਹੁੰਦੀ ਹੈ ਤੁਹਾਡੀ, ਜਦੋਂ ਮੈਂ ਕਾਮਨਵੈਲਥ ਗੇਮਸ ਜਿੱਤੀ ਸੀਗੀ ਤਾਂ ਉਹ ਬਹੁਤ ਖਾਸ ਹੁੰਦੀ ਹੈ। ਬਿਕੋਜ਼ ਜਦੋਂ ਮੇਰੀ ਉੱਥੇ ਸਿਲੈਕਸ਼ਨ ਹੋਈ ਸੀਗੀ ਤਾਂ ਮੈਂ ਆਈ ਥਿੰਕ ਸਭ ਤੋਂ ਯੰਗੈਸਟ ਹੋਊਂਗੀ ਉਸ ਟੀਮ ਵਿੱਚ। ਅਤੇ ਪਹਿਲਾ ਮੇਰਾ ਵੱਡਾ ਕੰਪੀਟੀਸ਼ਨ ਸੀਗਾ, ਉਸ ਤੋਂ ਪਹਿਲਾਂ ਮੈਂ ਕੋਈ ਵੀ ਵੱਡਾ ਕੰਪੀਟੀਸ਼ਨ ਨਹੀਂ ਖੇਡਿਆ ਸੀਗਾ। ਸੋ ਕੁਛ ਲੋਕਾਂ ਨੂੰ ਉਮੀਦ ਸੀ, ਕੁਛ ਲੋਕਾਂ ਨੂੰ ਜ਼ਿਆਦਾ ਡਰ ਸੀ ਕਿ ਪਤਾ ਨਹੀਂ ਪਰਫਾਰਮ ਕਰ ਪਾਊਗੀ ਜਾਂ ਨਹੀਂ। ਔਰ ਉਸ ਪ੍ਰੈਸ਼ਰ ਵਿੱਚੋਂ ਨਿਕਲ ਕੇ ਤੁਸੀਂ ਪਰਫਾਰਮ ਕਰਦੇ ਹੋ, ਦੇਸ਼ ਲਈ ਮੈਡਲ ਜਿੱਤਦੇ ਹੋ। ਸੋ ਬਹੁਤ ਹੀ ਅੱਛਾ ਐਕਸਪੀਰੀਅੰਸ ਸੀਗਾ ਔਰ ਆਈ ਥਿੰਕ ਉਹ ਬਹੁਤ ਯਾਦਗਾਰ ਹੈ, ਕਿਉਂਕਿ ਉਸ ਤੋਂ ਬਾਅਦ ਫਿਰ ਇੱਕ ਕੌਨਫੀਡੈਂਸ ਤੁਹਾਡੇ ਵਿੱਚ ਆ ਜਾਂਦਾ। ਸੋ ਆਈ ਥਿੰਕ ਸਭ ਤੋਂ ਸਪੈਸ਼ਲ ਮੈਂ ਕਹਿ ਸਕਦੀ ਹਾਂ। ਜਦੋਂ ਮੇਰੇ ਲਾਸਟ ਵਾਲੇ ਪੁਲਿਸ ਦੇ ਵਿੱਚ ਤੁਹਾਨੂੰ ਨੌਕਰੀ ਜੋਬ ਮਿਲਦੀ ਹੈ, ਉਦੋਂ ਤੁਸੀਂ ਮਨ ਦੇ ਵਿੱਚ ਨਹੀਂ ਆਇਆ ਮੈਂ PCS ਆਫਿਸਰ ਕਰਨੀ ਹੈ, ਨਾ IAS ਆਫਿਸਰ ਕਰਨੀ ਜਾਣਾ, ਤਾਂ ਸ਼ਾਇਦ ਮੈਂ ਪੰਜਾਬ ਪੁਲਿਸ ਦੇ ਵਿੱਚ ਨਹੀਂ ਜਾਣਾ?
ਨਹੀਂ, ਇਸ ਤਰ੍ਹਾਂ ਦਾ ਮੇਰਾ ਕੋਈ ਖਿਆਲ ਨਹੀਂ ਸੀਗਾ। ਆਈ ਵਾਸ ਵੈਰੀ ਕਲੀਅਰ ਕਿ ਮੈਂ ਪੰਜਾਬ ਪੁਲਿਸ 'ਚ ਜਾਣਾ ਹੈ ਤੇ ਕਿਉਂਕਿ ਜਦੋਂ ਤੁਸੀਂ ਸਪੋਰਟਸ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਫਿਰ ਐਗਜ਼ਾਮਸ ਨਹੀਂ ਦੇ ਸਕਦੇ, ਤੁਸੀਂ ਅਪੇਅਰ ਮਤਲਬ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਉਸ ਲੈਵਲ ਦੀ ਤਿਆਰੀ ਕਰਨ ਦਾ। ਪਰ ਜਦੋਂ ਮੈਨੂੰ ਓਪਰਚੁਨਿਟੀ ਮਿਲੀ ਸਪੋਰਟਸ ਵਿੱਚ ਕਿ ਮੈਂ ਸਪੋਰਟਸ ਕਰਕੇ ਇੱਧਰ ਆ ਸਕਦੀ ਹਾਂ, ਤਾਂ ਮੈਨੂੰ ਸ਼ੌਂਕ ਸੀਗਾ ਕਿ ਫਿਰ ਮੈਂ ਪੰਜਾਬ ਪੁਲਿਸ ਵਿੱਚ ਹੀ ਜਾਊਂਗੀ ਔਰ ਇਹਦੇ ਵਿੱਚ ਅੱਛੀ ਸੇਵਾ ਕਰੂੰਗੀ। ਤੁਸੀਂ ਕੋਲਕਾਤਾ ਨਹੀਂ ਜਾਣਾ ਚਾਹੁੰਦੇ ਸੀ, ਫਿਰ ਕਿਸ ਤਰ੍ਹਾਂ ਚਲੇ ਗਏ ਹੋ? ਕਿੱਥੇ ਜੀ? ਕੋਲਕਾਤਾ। ਹਾਂ, ਤੁਸੀਂ ਕਹਿ ਰਹੇ ਸੀ, ਮੈਂ ਤੁਹਾਡੇ ਇੱਕ ਸੁਣ ਰਿਹਾ ਸੀ ਵੀ 15 ਦਿਨ ਮੈਨੂੰ ਲੱਗਣਗੇ। ਹਾਂਜੀ ਮੈਂ ਉਹ ਮੇਰਾ ਫਰਸਟ ਪ੍ਰੀ ਨੈਸ਼ਨਲ ਕੰਪੀਟੀਸ਼ਨ ਸੀਗਾ, ਤਾਂ ਉਦੋਂ ਕਿਉਂਕਿ ਮੈਂ ਗ੍ਰੈਜੂਏਸ਼ਨ ਕਰ ਰਹੀ ਸੀਗੀ ਤੇ ਮੈਨੂੰ ਪੜ੍ਹਾਈ ਦਾ ਵੀ ਬਹੁਤ ਸ਼ੌਂਕ ਹੈਗਾ ਔਰ ਮੈਨੂੰ ਇਹ ਸੀਗਾ ਕਿ ਮੈਂ 15 ਦਿਨ ਲਈ ਕੰਪੀਟੀਸ਼ਨ ਖੇਡਣ ਲਈ ਜਾਊਂਗੀ ਤਾਂ ਮੇਰੀ ਪੜ੍ਹਾਈ ਦਾ ਲਾਸ ਹੋ ਜਾਊਗਾ। ਸੋ ਮੈਂ ਮਤਲਬ ਡਾਊਟਫੁਲ ਸੀਗੀ ਕਿ ਮੈਂ ਜਾਵਾਂ ਜਾਂ ਨਾ ਜਾਵਾਂ। ਸੋ ਉਦੋਂ ਮੇਰੀਆਂ ਜੋ ਫਰੈਂਡਸ ਮੇਰੇ ਨਾਲ ਸੀ ਉਹਨਾਂ ਨੇ ਕਿਹਾ ਕਿ ਨਹੀਂ, ਤੂੰ ਅੱਛਾ ਪਰਫਾਰਮ ਕਰ ਰਹੀ ਹੈ ਔਰ ਅੱਛੀ ਤੇਰੀ ਪ੍ਰੈਕਟਿਸ ਚੱਲ ਰਹੀ ਹੈ, ਸੋ ਤੈਨੂੰ ਜ਼ਰੂਰ ਜਾਣਾ ਚਾਹੀਦਾ ਹੈ। ਸੋ ਮੈਨੂੰ ਖੁਸ਼ੀ ਹੈ ਕਿ ਉਸ ਟਾਈਮ ਮੈਂ ਉਹ ਫੈਸਲਾ ਚੇਂਜ ਨਹੀਂ ਕੀਤਾ ਔਰ ਉੱਥੇ ਜਾ ਕੇ ਗਈ ਔਰ ਉਸ ਤੋਂ ਬਾਅਦ ਹੀ ਜੋ ਮੇਰਾ ਫਿਰ ਸ਼ੂਟਿੰਗ ਦਾ ਜੋ ਸਫ਼ਰ ਹੈਗਾ ਹੋਰ ਅੱਛੀ ਤਰ੍ਹਾਂ ਸਟਾਰਟ ਹੋਇਆ। ਤੁਸੀਂ ਗਰਲਜ਼ ਦੀ ਇੱਕ ਆਈਡਲ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਇੰਟਰਵਿਊ ਜਰੀਏ? ਮੈਂ ਮੈਸੇਜ ਇਹੀ ਦਊਂਗੀ ਜੀ ਕਿ ਆਪਣੇ ਡ੍ਰੀਮਸ ਨੂੰ ਫੋਲੋ ਕਰੋ ਔਰ ਲੜਕੀਆਂ ਤੋਂ ਵੀ ਜ਼ਿਆਦਾ ਮੈਂ ਉਹਨਾਂ ਦੇ ਪੇਰੈਂਟਸ ਨੂੰ ਮੈਸੇਜ ਦਊਂਗੀ ਕਿ ਉਹਨਾਂ ਦੀ ਸਪੋਰਟ ਕਰੋ, ਜ਼ਰੂਰ ਮੌਕਾ ਦਿਓ, ਚਾਹੇ ਉਹ ਕੋਈ ਵੀ ਫੀਲਡ ਹੋਵੇ, ਚਾਹੇ ਉਹ ਪੁਲਿਸ ਹੈ ਜਾਂ ਐਡਮਿਨਿਸਟ੍ਰੇਸ਼ਨ ਹੈ ਜਾਂ ਸਪੋਰਟਸ ਹੈ ਜਾਂ ਕੋਈ ਆਰਟਿਸਟਿਕ ਫੀਲਡ ਹੈ ਜਾਂ ਫਿਰ ਪੋਲੀਟਿਕਸ ਹੈ। ਮਤਲਬ ਹਰ ਜਗ੍ਹਾ 'ਤੇ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਬਿਕੋਜ਼ ਕੁੜੀਆਂ ਆਈ ਥਿੰਕ ਇੱਕ ਬਹੁਤ ਹੀ ਪਿਓਰ ਅਤੇ ਡਿਟਰਮਿਨਡ ਸੋਚ ਲੈ ਕੇ ਆਉਂਦੀਆਂ ਔਰ ਇਹੋ ਜਿਹੇ ਹਾਲਾਤਾਂ 'ਚੋਂ ਆਈ ਥਿੰਕ ਜੋ ਪ੍ਰੈਸ਼ਰ ਵਾਲੇ ਹਾਲਾਤ ਹੁੰਦੇ ਨਾ, ਮੈਨੂੰ ਲੱਗਦਾ ਵੀ ਕੁੜੀਆਂ ਉਸ ਤੋਂ ਜ਼ਿਆਦਾ ਬੈਟਰ ਨਿਕਲ ਸਕਦੀਆਂ ਔਰ ਜ਼ਿਆਦਾ ਕਿਸੇ ਦਾ ਪ੍ਰੈਸ਼ਰ ਮੰਨਦੀਆਂ ਵੀ ਨਹੀਂ ਉਹ। ਸੋ ਸਟਰੋਂਗਲੀ ਫਰਮਲੀ ਆਪਣੀ ਜਗ੍ਹਾ 'ਤੇ ਸਟੈਂਡ ਕਰ ਸਕਦੀਆਂ ਔਰ ਸਮਾਜ ਲਈ ਅੱਛੇ ਕੰਮ ਕਰ ਸਕਦੀਆਂ। ਸੋ ਜ਼ਰੂਰ ਕੁੜੀਆਂ ਨੂੰ ਮੌਕਾ ਦਿਓ ਔਰ ਕੁੜੀਆਂ ਨੂੰ ਵੀ ਇਹੀ ਸੋਚ ਕੇ ਚੱਲਣਾ ਚਾਹੀਦਾ ਹੈ, ਚਾਹੇ ਉਹ ਕੋਈ ਵੀ ਫੀਲਡ ਹੋਵੇ। ਮੈਂ ਪੁਲਿਸ ਵਿੱਚ ਵੀ ਹਮੇਸ਼ਾ ਸਾਡੀਆਂ ਜੋ ਲੜਕੀਆਂ ਉਹਨਾਂ ਨੂੰ ਕਹਿੰਦੇ ਹਾਂ ਕਿ ਜਦੋਂ ਤੁਸੀਂ ਪੁਲਿਸ ਯੂਨੀਫਾਰਮ ਪਾ ਲਈ ਹੈ ਤਾਂ ਤੁਸੀਂ ਇਹ ਭੁੱਲ ਜਾਓ ਕਿ ਮੈਂ ਇੱਕ ਲੜਕੀ ਹਾਂ ਔਰ ਮੈਂ ਕਮਜ਼ੋਰ ਹਾਂ ਜਾਂ ਮੈਂ ਕਿਸੇ ਪੱਖੋਂ ਘੱਟ ਹੈ। ਇੱਕ ਮਤਲਬ ਅੱਛੀ ਤਰ੍ਹਾਂ ਆਪਣੀ ਡਿਊਟੀ ਨਿਭਾਓ। ਸੋ ਇਹੀ ਮੈਂ ਲੜਕੀਆਂ ਨੂੰ ਕਹੂੰਗੀ ਕਿ ਹਮੇਸ਼ਾ ਆਪਣੇ ਆਪ ਨੂੰ ਸਟਰੋਂਗ ਸਮਝੋ ਔਰ ਜੋ ਵੀ ਤੁਹਾਡੇ ਡ੍ਰੀਮਸ ਹੈਗੇ ਉਹਨਾਂ ਨੂੰ ਪੂਰਾ ਕਰਨ ਲਈ ਆਪਣਾ ਜ਼ਰੂਰ ਜਿਹੜਾ ਹੈਗਾ ਜ਼ੋਰ ਲਗਾਓ। ਬੇਸਿਕਲੀ ਸਪੋਰਟਸਮੈਨ ਬੜੇ ਕੋਮਲ ਦਿਲ ਦੇ ਹੁੰਦੇ ਨੇ। ਇੱਕ ਤੁਸੀਂ ਡਿਸਟ੍ਰਿਕਟ ਦੇ ਇੰਚਾਰਜ ਲੱਗੇ ਹੋ, ਕੀ ਲੱਗਦਾ ਕਿਸ ਤਰੀਕੇ ਦੇ ਨਾਲ ਜੋ ਨਸ਼ਾ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਜਾਂ ਫਰੀਦਕੋਟ ਜ਼ਿਲ੍ਹੇ ਦੀ ਮੈਂ ਗੱਲ ਕਰਾਂ, ਕਿੰਨਾ ਕੁ ਸਟ੍ਰਿਕਟਲੀ ਤੌਰ 'ਤੇ ਵਰਤੋਂ? ਦੇਖੋ, ਹਾਂਜੀ, ਕੋਮਲ ਦਿਲ ਦਾ ਔਰ ਜੋ ਗਲਤ ਚੀਜ਼ ਹੈਗੀ ਹੈ, ਜੋ ਇਲੀਗਲ ਚੀਜ਼ ਹੈ, ਉਹਨਾਂ ਦਾ ਮਤਲਬ ਇਹ ਹੁੰਦਾ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਲੜਕੀਆਂ ਅਗਰ ਹੁੰਦੀਆਂ ਉਹ ਬਹੁਤ ਫਰਮਲੀ ਹਰ ਚੀਜ਼ ਨੂੰ ਲਾਗੂ ਕਰ ਸਕਦੀਆਂ। ਸੋ ਪਹਿਲਾਂ ਵੀ ਮੈਂ ਬਹੁਤ ਵਾਰੀ ਕਿਹਾ ਹੈਗਾ ਕਿ ਜੋ ਗਲਤ ਚੀਜ਼ ਹੈ, ਜੋ ਨਾਜਾਇਜ਼ ਚੀਜ਼ ਹੈ, ਜੋ ਅਨਲੌਫੁਲ ਹੈਗੀ ਹੈ, ਉਸ ਦੇ ਅਗੇਂਸਟ ਮੇਰਾ ਸਟੈਂਡ ਬਹੁਤ ਕਲੀਅਰ ਅਤੇ ਫਰਮ ਹੈਗਾ ਕਿ ਉਹਦੇ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਹ ਜ਼ਰੂਰ ਕੀਤੀ ਜਾਊਗੀ ਔਰ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਰੱਖਿਆ ਜਾਊਗਾ। ਔਰ ਜਿੱਥੇ ਤੁਹਾਨੂੰ ਮਤਲਬ ਇੰਨਾ ਸਟ੍ਰਿਕਟ ਹੋਣ ਦੀ ਲੋੜ ਨਹੀਂ ਹੈ, ਅਗਰ ਤੁਸੀਂ ਜੋ ਆਪਣਾ ਵੈਲਫੇਅਰ ਬਾਰੇ ਸੋਚਣਾ, ਆਪਣੇ ਮੁਲਾਜ਼ਮਾਂ ਦੇ ਵੈਲਫੇਅਰ ਬਾਰੇ ਜਾਂ ਪਬਲਿਕ ਬਾਰੇ ਜਾਂ ਪਬਲਿਕ ਨੂੰ ਅਵੇਅਰਨੈਸ ਕਿਸ ਤਰ੍ਹਾਂ ਕਰਨੀ ਹੈ, ਤਾਂ ਉਸਨੂੰ ਡਿਫਰੈਂਟ ਤਰ੍ਹਾਂ ਤਰੀਕੇ ਨਾਲ ਡੀਲ ਕੀਤਾ ਜਾਊਗਾ। ਥੈਂਕ ਯੂ ਮੈਮ ਸੋ ਮਚ ਸਾਨੂੰ ਸਮਾਂ ਦੇਣ ਲਈ। ਇਹ ਨੇ ਮੈਮ ਅਵਨੀਤ ਕੌਰ ਸਿੱਧੂ, ਕਿਉਂਕਿ ਪੰਜਾਬ ਦੀਆਂ ਧੀਆਂ ਦੇ ਲਈ ਇੱਕ ਉਹ ਧੀ ਨੇ ਜਿਨ੍ਹਾਂ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਇਹ ਆਉਣ ਵਾਲੇ ਧੀਆਂ ਦੇ ਲਈ ਇੱਕ ਆਈਡਲ ਨੇ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ। ਕੈਮਰਾਮੈਨ ਸੰਦੀਪ ਦੇ ਨਾਲ ਰਮਿੰਦਰ ਸਿੰਘ, ਧੰਨਵਾਦ।